जी का खालसा वाहिगुरु जी की फतेह। सतनाम। श्री वाहिगुरु साहिब जीओ। टोडी महला पंजवा। गर्भ गहलड़ो मूड़ड़ो हियो रे। हियो महराज री मायो। दीहर न्याई मोए फाकियो रे। गर्भ गहलड़ो मूड़ड़ो हियो रे। हियो महराज री मायो। दीहर न्याई मोहे फाकियो रे। रहाओ कणो 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 सद लोड़े। बिन लहणे कैठे पायो रे। महराज रोगाथ बाहू स्यों लुबड़ेओ। ने भागड़ो पाए संजोयो रे। सुन मन सीख साधु जन सगलो। थारे सगले प्राचत मिट्यो रे। जाको लहणो महराज री गाठड़ियो। जन नानक गरवासना पौड़ियो रे। सुन मन सीख साधु जन सगलो। थारे सगले प्राचत मिट्यो रे। जाको लहणो महराज री गाठणियो। जन नानक गरवासना पौड़ियो रे। वाहिगुरु जी का खालसा वाहिगुरु जी की फतेह। परम सत्कारयोग गुरु सवारी साध संगत जीओ। आप जी धनता दे जोग हो, वड्डे भागां वाले हो कि आप समूह साध संगत ने बड़े ही प्यार अते सत्कार दे नाल अज दे जो पावन मुखवाक
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜੋ ਅੰਮ੍ਰਿਤ ਮੇਲੇ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਸੋਹਣੇ ਸਿੰਘਾਸਣ ਤੇ ਸੁਭਾਏਮਾਨ ਹੋ ਕੇ ਅੰਮ੍ਰਿਤਮਈ ਬਚਨਾਂ ਦੀ ਦਾਤ ਜੋ ਬਖਸ਼ਿਸ਼ ਕੀਤੀ ਹੈ, ਸੋ ਆਪ ਸਮੂਹ ਸਾਧ ਸੰਗਤ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਅੱਜ ਦੇ ਪਾਵਨ ਅੰਮ੍ਰਿਤਮਈ ਬਚਨਾਂ ਨੂੰ ਸਰਵਣ ਕੀਤਾ ਹੈ ਜੀ। ਸੋ ਸਾਧ ਸੰਗਤ ਜੋ ਆਪਾਂ ਸਾਰੇ ਹੀ ਆਪਣੀ ਸੁਰਤ ਨੂੰ, ਮਨ ਤੇ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਹਨ, ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲਿਖੈ ਛੂਟੈ, ਹਮ ਨਿਰਗੁਣ ਲਿਹੋ ਉਬਾਰੀ, ਸਦ ਬਖਸ਼ੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਜਦੋਂ ਨਿਮਰਤਾ ਦੇ ਸਹਿਤ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ੋਈ ਅਰਦਾਸ ਬੇਨਤੀ ਕਰਾਂਗੇ, ਉਹ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨਗੇ, ਸਾਨੂੰ ਆਪਣੀ ਸ਼ਰਨ ਵਿੱਚ ਜ਼ਰੂਰ ਬਿਠਾਣਗੇ। ਸੋ ਇਹ ਅੱਜ ਦੇ ਪਾਵਨ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 715 ਤੇ ਸੁਭਾਏਮਾਨ ਹਨ। ਸੋ ਆਓ ਸਾਧ ਸੰਗਤ ਜੋ ਸੁਰਤਮਈ ਹਾਜ਼ਰੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈਏ ਤੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹਲਾ ਪੰਜਵਾ। ਟੋਡੀ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਨ੍ਹਾਂ ਪਾਵਨ ਅੰਮ੍ਰਿਤਮਈ ਬਚਨਾਂ ਨੂੰ ਉਚਾਰਨ ਕਰਦਿਆਂ ਹੋਇਆਂ, ਸਮੁੱਚੀ ਕਾਇਨਾਤ ਤੇ ਪਰਉਪਕਾਰ ਕਰਦਿਆਂ ਹੋਇਆਂ ਜੀਵਾਂ ਨੂੰ ਸਮਝਾ ਰਹੇ ਹਨ। ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ। ਦੀਹਰ ਨਿਆਈ ਮੋਹੇ ਫਾਕੇ ਓਰੇ, ਗਰਭ ਗਹਿਲੜੋ ਮੂੰਡੜੋ ਹੀਓ ਰੇ। ਸਤਿਗੁਰ ਪਾਵਨ ਖੱਟ ਸਤਿਗੁਰ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਗਰਭ ਗਹਿਲੜੋ ਮੂੰਡੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ। ਡੀਹਰ ਨਿਆਈ ਮੋਏ ਫਾਕਿਓ ਰੇ। ਇਸ ਪਾਵਨ ਮੁਖਵਾਕ ਦੀ ਇਹ ਬੰਦ ਦੀਆਂ ਤੁਕਾਮੀ ਹਨ ਤੇ ਸਾਧ ਸੰਗਤ ਜੋ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ, ਹੇ ਭਾਈ ਸਾਡਾ ਜਿਹੜਾ ਹਿਰਦਾ ਹੈ ਉਹ ਮੂਰਖ ਹੈ। ਮੂਰਖ ਹਿਰਦਾ ਅਹੰਕਾਰ ਵਿੱਚ ਕਮਲਾ ਤੇ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ ਉਹ ਦੀਨਾਂ ਦਾ ਨਾਥ ਪ੍ਰਮਾਤਮਾ ਅਕਾਲ ਪੁਰਖ ਜਿਹੜਾ ਕਿ ਸਭ ਤੇ ਮਿਹਰ ਕਰਦਾ ਹੈ, ਸਭ ਤੇ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ,
ਉਹ ਮਹਾਰਾਜ, ਉਹ ਪਰਮਾਤਮਾ ਪ੍ਰਭੂ ਦੀ ਮਾਇਆ ਨੇ ਸੰਸਾਰਿਕ ਜੀਵਾਂ ਨੂੰ ਮੱਛੀ ਵਾਂਗ ਮੂੰਹ ਵਿੱਚ ਫਸਾ ਰੱਖਿਆ ਹੈ। ਜਿਵੇਂ ਕਹਿ ਲਈਏ, ਜਦੋਂ ਮੱਛਲੀ ਨੂੰ ਫੜਦੇ ਹਾਂ ਤੇ ਉਸ ਨੂੰ ਫੜਨ ਵਾਸਤੇ ਜਾਲ ਅਤੇ ਕੁੰਡੀ ਵਿੱਚ ਫਸਾਉਣ ਦੇ ਲਈ ਕੁੰਡੀ ਪਾਉਂਦੇ ਹਾਂ ਤੇ ਤਾਂ ਜਾ ਕੇ ਉਹ ਪ੍ਰਾਣੀ, ਉਹ ਮੱਛਲੀ ਉਸ ਕੁੰਡੀ ਦੇ ਵਿੱਚ ਫਸਦੀ ਹੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਸਾਡਾ ਜਿਹੜਾ ਹਿਰਦਾ ਹੈ ਇਹ ਅਹੰਕਾਰ ਦੇ ਵਿੱਚ ਝੱਲਾ ਹੋਇਆ ਰਹਿੰਦਾ ਹੈ। ਅਗਿਆਨਤਾ ਦੇ ਨਾਲ ਇਹ ਭਰ ਜਾਂਦਾ ਹੈ। ਜਦੋਂ ਅਹੰਕਾਰ ਆ ਗਿਆ, ਅਹੰਕਾਰ ਦੇ ਨਾਲ ਮੋਹ ਨੇ ਵੀ ਜਨਮ ਲੈ ਲਿਆ ਤੇ ਫਿਰ ਜਿਹੜੀ ਇਨਸਾਨ ਦੀ ਸੁਰਤ ਹੈ ਉਹ ਇਨਸਾਨ ਦੇ ਵੱਸ ਨਹੀਂ ਰਹਿੰਦੇ। ਜੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਗਰਭ ਗਹਿਲੜੋ ਮੂੜੜੋ ਹਿਓ ਰੇ, ਹਿਓ ਮਹਾਰਾਜ ਰੀ ਮਾਇਓ, ਦੀਹਰ ਨਿਆਈ ਮੋਏ ਫਾਕਿਓ ਰੇ। ਭਾਵ ਜਿਵੇਂ ਉਹ ਮੱਛਲੀ ਕੁੰਡੀ ਨੂੰ ਫੜ ਲੈਂਦੀ ਹੈ, ਕਿਉਂਕਿ ਕੁੰਡੀ ਕੋਲ ਇਸ ਕਰਕੇ ਆਉਂਦੀ ਹੈ, ਕੁੰਡੀ ਦੇ ਵਿੱਚ ਭੋਜਨ ਲੱਗਿਆ ਹੁੰਦਾ ਹੈ। ਤੇ ਇਸੇ ਤਰ੍ਹਾਂ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ ਹੈ ਤੇ ਸੰਸਾਰ ਦੇ ਮੋਹ ਵਿੱਚ, ਇਸ ਮਾਇਆ ਰੂਪੀ ਜਾਲ ਵਿੱਚ ਇਨਸਾਨ ਆਪਣੇ ਆਪ ਫਸ ਜਾਂਦਾ ਹੈ। ਜਿਵੇਂ ਉਹ ਮੱਛਲੀ ਉਸ ਭੋਜਨ ਦੇ ਲਈ ਉਸ ਕੁੰਡੀ ਵਿੱਚ ਫਸ ਜਾਂਦੀ ਹੈ, ਇਸੇ ਤਰ੍ਹਾਂ ਇਨਸਾਨ ਇਸ ਜਗਤ ਵਿੱਚ ਫੈਲੀ ਹੋਈ ਮੋਹ ਮਾਇਆ ਵਿੱਚ ਫਸ ਕੇ ਆਪਣਾ ਜੀਵਨ ਗਵਾ ਲੈਂਦਾ ਹੈ। ਇਹ ਰਾਹੂ ਦੀਆਂ ਪੰਕਤੀਆਂ, ਰਾਹੂ ਦੀਆਂ ਤੁਕਾਂ ਹਨ। ਗੁਰੂ ਪਾਤਸ਼ਾਹ ਨੇ ਬੜਾ ਤਰੀਕੇ ਦੇ ਨਾਲ ਇੱਥੇ ਜੀਵ ਨੂੰ ਸਮਝਾਇਆ ਹੈ, ਭਾਈ ਜੇ ਤੂੰ ਇਸ ਮੋਹ ਮਾਇਆ ਵਿੱਚੋਂ ਨਿਕਲਣਾ ਹੈ ਤੇ ਫਿਰ ਇੱਕੋ ਇੱਕ ਭੋਜਨ ਪਰਮਾਤਮਾ ਦੇ ਨਾਮ ਦਾ ਛਕਣਾ ਸ਼ੁਰੂ ਕਰ ਦੇ ਤੇ ਇਹ ਦੁਨੀਆਵੀ ਭੋਜਨ ਸਾਰੇ ਦੇ ਸਾਰੇ ਤੈਨੂੰ ਤੁੱਛ ਸਮਾਨ ਜਾਪਣਗੇ। ਜਦੋਂ ਤੱਕ ਤੇਰੇ ਅੰਦਰ ਉਹ ਪਿਆਰ, ਉਹ ਭਾਵਨਾ, ਉਹ ਨਿਮਰਤਾ, ਉਹ ਸਰਦਾ ਨਹੀਂ ਆਉਂਦੀ, ਉਦੋਂ ਤੱਕ ਤੂੰ ਪਰਮਾਤਮਾ ਦੇ ਨਾਮ ਦੀ ਕਦਰ ਨਹੀਂ ਜਾਣ ਸਕਦਾ। ਉਦੋਂ ਤੱਕ ਤੂੰ ਪਰਮਾਤਮਾ ਦਾ ਨਾਮ ਵੀ ਨਹੀਂ ਸਿਮਰ ਸਕਦਾ ਤੇ ਪਰਮਾਤਮਾ ਨੂੰ ਪਾਉਣ ਦੀ ਗੱਲ ਤੇ ਬਹੁਤ ਵੱਡੀ ਹੈ। ਕਿਉਂਕਿ ਇਨਸਾਨ ਹਰ ਵੇਲੇ ਇਸ ਮੋਹ ਮਾਇਆ ਜਾਲ ਵਿੱਚ ਹੀ ਫਸਿਆ ਰਹਿੰਦਾ ਹੈ। ਇਸ ਤੋਂ ਬਾਹਰ ਜੇ ਨਿਕਲਣਾ ਹੈ ਤੇ ਗੁਰੂ ਦੀ ਸ਼ਰਨ ਵਿੱਚ ਆ ਜਾ। ਗੁਰੂ ਦੀ ਸ਼ਰਨ ਵਿੱਚ ਆਏਗਾ ਤੇ ਗੁਰੂ ਤੇਰੇ ਤੇ ਮਿਹਰ ਜ਼ਰੂਰ ਕਰੇਗਾ। ਸਤ ਸੰਗ ਜੋ ਤੇਰੇ ਸੜਦੇ ਵਲਦੇ ਹਿਰਦੇ ਨੂੰ ਅੰਮ੍ਰਿਤਮਈ ਪ੍ਰਮਾਤਮਾ ਦੇ ਨਾਮ ਦੇ ਛਿੱਟੇ ਨਾਲ ਸ਼ਾਂਤ ਕਰ ਦੇਵੇਗਾ। ਰਹਾਓ ਘਣੋ 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 ਸਦ ਲੋੜੈ, ਬਿਨ ਲਹਿਣੇ ਕੈਠੈ ਪਾਇਓ ਰੇ। ਘਣੋ 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 ਸਦ ਲੋੜੈ, ਬਿਨ ਲਹਿਣੇ ਕੈਠੈ ਪਾਇਓ ਰੇ। ਭਾਈ ਬਿਨਾਂ ਕਰਮਾਂ ਤੋਂ ਸੰਸਾਰ ਦੇ ਵਿੱਚ ਇਨਸਾਨ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਇਨਸਾਨ ਵੱਧ ਤੋਂ ਵੱਧ ਅੰਦਰ ਇੱਛਾ ਰੱਖਦਾ ਹੈ। ਹੇ ਭਾਈ, ਮੋਹ ਵਿੱਚ ਫਸਿਆ ਹੋਇਆ ਹਿਰਦਾ ਸਦਾ ਬਹੁਤ ਬਹੁਤ ਮਾਇਆ ਮੰਗਦਾ ਰਹਿੰਦਾ ਹੈ। ਮਹਿਲ ਮਾਣੀਆਂ, ਕੋਠੀਆਂ, ਗੱਡੀਆਂ, ਸਭ ਕੁਝ ਲੋੜਦਾ ਰਹਿੰਦਾ ਹੈ ਗੁਰੂ ਤੋਂ, ਪਰ ਭਾਗਾਂ ਤੋਂ ਬਿਨਾ ਕਿੱਥੋਂ ਪ੍ਰਾਪਤ ਕਰੇ। ਜਿੱਥੇ ਭਾਗ ਬਣਨੇ ਹਨ ਉਸ ਦਰ ਤੇ ਅਸੀਂ ਕਦੇ ਆ ਕੇ ਨਹੀਂ ਵੇਖਿਆ। ਕਦੇ ਪਰਮਾਤਮਾ ਦੇ ਦਰ ਤੇ, ਕਦੇ ਗੁਰੂ ਦੇ ਦਰ ਤੇ ਆ ਕੇ ਸੀਸ ਨਹੀਂ ਝੁਕਾਇਆ, ਕਿਉਂਕਿ ਸਾਡੇ ਕੋਲ ਬਹੁਤ ਧਨ ਹੈ ਤੇ ਇਨਸਾਨ ਦੇ ਇਹ ਭੁਲੇਖੇ ਹਨ। ਧਨ ਹੈ ਤੇ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਸਤ ਸੰਗ ਜੋ ਸਿਕੰਦਰ ਕੋਲ ਕਿਹੜਾ ਧਨ ਘੱਟ ਸੀ। ਦੁਨੀਆ ਦੇ ਵੱਡੇ ਤੋਂ ਵੱਡਾ ਇਤਿਹਾਸ ਚੁੱਕ ਕੇ ਵੇਖ ਲਈਏ, ਭਾਵੇਂ ਉਹ ਰਮਾਇਣ ਦਾ ਇਤਿਹਾਸ ਚੁੱਕ ਲਈਏ, ਭਾਵੇਂ ਉਹ ਮਹਾਭਾਰਤ ਦਾ ਇਤਿਹਾਸ ਚੁੱਕ ਲਈਏ, ਹਰਨਾਕਸ਼ ਦਾ ਇਤਿਹਾਸ ਚੁੱਕ ਲਈਏ, ਕਿਸੇ ਦੇ ਕੋਲ ਧਨ ਦੀ ਘਾਟ ਨਹੀਂ ਸੀ।
सिर्फ घाट सी ते प्यार दी, घाट सी ते भावना दी, घाट सी ते अंदर वो सरदा नहीं बनी। इस करके ये मनुख झल्ला होया माया दे विच फस के घणों घणों भाव बहुत ही मंगदा रहिंदा, इच्छा बहुत दी रखदा है, लेकिन पातशाह जी फरमान करदे ने बिन लहणे कैठे पाए रे, भाव बिना भागां तो कुछ प्राप्त नहीं हुंदा। ते भाग बनने हन गुरु दी संगत दे विच, गुरु दी साध संगत विच आएगा ते तेरे जेड़े भाग हन वो भी गुरु दी कृपा नाल चंगे हो जाणगे। नहीं ते साध संग जो गुरु तो बिना भाग भी किते प्राप्त नहीं हो सकते। जे असी भाग चंगे करन दे लई दुनिया दे कर्म कांडा वल तुर पईए ते उन्हां विच ही फस के रह जावांगे। साध संग जो भाई सज्जण जिसनों उस समा सारा संसार सज्जण करके जानदा सी, गुरु नानक पातशाह जी आप उस दे कोल चल के गए, बाहरों ते सचमुच ही उसका चोला सज्जणा वाला सी, लेकिन अंदर जेड़ा पाप कमाउंदा सी वो किसी नूं पता नहीं सी। बाहरों आए गए दी बड़ी सेवा ते भावना निमरता दिखाउंदा सी, धर्मसाल बना रखी सी, लेकिन जदों रात पै जानी ते उन्हां नूं मार के उन्हां दे कोलों जो धन होना वो खो लैना। 14 नवंबर नूं सतगुरु साहिब श्री गुरु नानक पातशाह जी दे प्रकाश पुरब आ रहे हैं। आप समूह साध संगतां बड़े प्यार सत्कार दे नाल बड़े प्यार दा सबूत देंदियां होइयां इस पावन प्रकाश पुरब नूं उचेजे तौर ते मनाउंदे हो। देसां ते विदेसां दे विच गुरसिੱਖੀ दा नाम आप समूह संगतां ने उच्चा सुच्चा कीता। गुरु नानक पातशाह जी दे नां दा निशान साहब जिथे किथे असी दर्शन कर सकते हाँ, भावें वो साडा देश होवे ते भावें विदेश होवन। देन साडे गुरु दी है। गुरु पातशाह ने सानू समझाया है ते साध संग जो असी गुरु दा जे ज्ञान हुण जीवन विच होर लै लईए ते ये जीवन होर अगे वध सकदा है। गुरसिੱਖੀ दा प्रचार होर उच्चे पद्धर ते हो सकदा है जे सारियां दे विच साडे विच भाईचारा हो जावे। सो साध संग जो गुरु नानक पातशाह जी आप सज्जण कोल चल के गए, उसका लिबास वेखिया ते साध संग जो जदों रात नूं सेवा कीती, भाई बाला ते मरदाना बड़े खुश होए। लेकिन गुरु नानक पातशाह जी ते आप अंतरजामी सन। आप नारायण कला धार जग मह परवरियो, निरंकार आकार जोत जग मंडल करियो। जिवें वो सज्जण घणों घणों भाव बहुत मंगदा सी, बहुत लोड़दा सी, इस करके वो ये भी नहीं वेखदा सी कि मैं पाप कमा रहा तो की कर रहा, इंसानां ते अत्याचार कर रहा सी। चंद पैसिਆਂ दे लई वो इंसानां नूं मार सिटदा सी। अमृत वेला होया ते गुरु नानक पातशाह जी आखदे ने मरदानिया रवाब छेड़ बाणी आई है। सतसंग जो कीर्तन शुरू किया, जदों उस सज्जण ने वेखिया कि ये तो कोई परमात्मा दा रूप है ते सतसंग जो चरना ते डिग पिया। गुरु नानक पातशाह ने एको गल समझाई, सज्जणा जिद्दां तू बाहर सज्जण वर्गा रूप दिखाउणा है संसार नूं ते अंदर पाप कमाउंदा है, जे अंदरों ते बाहरों इक्को जा हो जावे ते गुरु नानक कदे तेरी बाह नहीं छड्डेगा। ते सतसंग जो सज्जण ठग नूं गुरु नानक पातशाह ने अपना सिख ते सिੱਖੀ दा प्रचारक थाप दिता। ਜਿਹੜੇ बहुत बहुत लोड़दे ਹਨ ਉਹ बिना ਭਾਗਾਂ ਤੋਂ प्राप्त नहीं हो सकते ते भाग गुरु दे दर ते आके बनते हैं। महराज रोगाथ
बाहू स्यों लुबड़ियो ने भागड़ो पाए संजोयो रे। सतगुरु पातशाह जी ने इत्थे स्पष्ट करके इंसान नूं समझाया है। हे भाई महाराज वो परमात्मा कह लीए, वाहिगुरु कह लीए, महाराज दा दिता होया ये शरीर है, इस नाल मूर्ख जीव मोह करदा रहिंदा है। ने भागा भाव मनुख अपने मन नूं तृष्णा दी अग, तृष्णा दी अग्नि नाल, तृष्णा दी अग दे नाल हमेशा ही जोड़ के रखदा है। ते तृष्णा दी अग ते परमात्मा दे नाम तो ही शांत कीती जा सकती है, नहीं ते सत्संग जो ये अग जिहड़ी है होर वधदी जाती है। तृष्णा दी अग कदे खत्म नहीं होंदी ते कदे मुकदी नहीं, ये वधदी ही रहिंदी है। जे इसनूं गुरु दी शरण विच आ जाइए, मन विच परमात्मा दे नाम नूं टिका दईए ते ये जिहड़ी अग्नि है ये खत्म हो जाएगी। नहीं ते सत्संग जो तृष्णा दी अग ते ये दुनिया दे पदार्थ घिओ दा काम करदे हैं। सुन मन सीख साधु जन सगलो थारे सगले प्राचत मिट्यो रे। इत्थे गुरु पातशाह जी ने बड़ा सुंदर जीव नूं समझाया। हे मना, सारे साधु जना दी सिक्ख्या सुनिया कर, इस दी बरकत नाल तेरे सारे पाप मिट जाणगे। जदों तू चंगे पुरखां दा संग करेगा, जदों तू चंगियां दा संग करेगा, ते गुरु पातशाह जी फरमान करते हैं भाई फिर हमेशा ही तेरे जेड़े जीवन है वो सोहना हो जाएगा। तेरा जेड़ा जीवन है सचमुच ही गुरु की कृपा दे नाल उस जीवन विच नाम दा रंग चढ़ जाएगा। जिमें पातशाह जी ने समझाया है, भले पुरखां दा संग कीतियां ही इंसान दे चंगे कर्म बनते हैं। जाको लहणो महराज री गाठड़ियो जन नानक गरवास ना पौड़ियो रे। इत्थे गुरु पातशाह जी ने समझाया है, लास्ट पंक्तियां दे विच इंसान नूं कि जिमें भले पुरखां दा संग कीतियां, उन्हां दी सिੱਖਿਆ ग्रहण कीतियां, परमात्मा दी अमृतमयी बाणी नूं सुनिया। अमृत बाणी हर हर तेरी सुन सुन होवै परमगत मेरी। जलन बुझी शीतल होए मनुआ सतगुर का दर्शन पाए जीव भाव। इसे तरह सारे पाप मिट जाणगे। ते लास्ट पंक्तियां विच सतगुरु पातशाह जी फरमान करदे ने, हे नानक दास, सतगुरु गुरु अर्जन देव जी महाराज वड्डे सतगुरु गुरु नानक पातशाह दा नाम सरलेख लेंदियां होइयां समझा रहे हैं। महराज दे खजाने विच उस परमात्मा उस मालक दे खजाने विचों जिस दे भागां विच कुछ प्राप्ति लिखी है, तो गुरु पातशाह जी समझाउंदे हैं भाई उस जीव नूं ओ जरूर प्राप्त हो जाती है, लेकिन उस दे लई भी परमात्मा दी शरण विच आउणा पैंदा है। गुरु पातशाह दी शरण विच आके साध संगत कमाउणी पैंदी है। जां को लहणो महराज री गाठड़ियो जन नानक गरवास ना पौड़ियो रे। भाव जिमें साध संग जो पत्थर विच कोई राह नहीं हुंदा, लेकिन उस विच भी जीव हुंदा है, उस विच भी परमात्मा रिजक पहुँचाउंदा है। इसे तरह साडे कर्मां साडे मस्तक दे जो लिखे लेख हन, जो लिख दिता है
ਉਹ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਜ਼ਰੂਰ ਪ੍ਰਾਪਤ ਹੋਵੇਗਾ। ਲੇਕਿਨ ਸਾਧ ਸੰਗਤ ਜੋ ਜਿਵੇਂ ਮੋਹਰ ਹੁੰਦੀ ਹੈ, ਆਪਾਂ ਹੱਥ 'ਚ ਵਿੱਚ ਫੜ ਕੇ ਵੇਖੀਏ ਤੇ ਉਸ ਦੇ ਲੇਖ ਪੁੱਠੇ ਹੁੰਦੇ ਹਨ। ਜਦੋਂ ਸਿਆਹੀ ਲਾ ਕੇ ਉਸ ਨੂੰ ਕਾਗਜ਼ ਤੇ ਲਾਇਆ ਜਾਂਦਾ ਹੈ ਤੇ ਉਹਦੇ ਪੁੱਠੇ ਲੇਖ ਜਿਹੜੇ ਹਨ ਉਹ ਸਿੱਧੇ ਹੋ ਜਾਂਦੇ ਹਨ। ਇਸੇ ਤਰ੍ਹਾਂ ਗੁਰੂ ਦੀ ਬਾਣੀ ਹੈ, ਗੁਰੂ ਦੇ ਚਰਨ ਹਨ, ਤੇ ਜਦੋਂ ਅਸੀਂ ਆਪਣੇ ਮਸਤਕ ਨੂੰ ਗੁਰੂ ਦੇ ਚਰਨਾਂ ਵਿੱਚ ਪਿਆਰ ਤੇ ਨਿਮਰਤਾ ਸਹਿਤ ਅਰਪਣ ਕਰਾਂਗੇ ਤੇ ਸਾਧ ਸੰਗਤ ਜੋ ਸਾਡੇ ਪੁੱਠੇ ਲੇਖ ਵੀ ਗੁਰੂ ਦੀ ਕਿਰਪਾ ਨਾਲ ਸਿੱਧੇ ਹੋ ਜਾਣਗੇ ਤੇ ਸਾਡਾ ਜੀਵਨ ਜਿਹੜਾ ਹੈ ਇਹ ਸਫਲ ਹੋਵੇਗਾ। ਸੋ ਸਾਧ ਸੰਗਤ ਜੋ ਦਾਸਾਂ ਪਾਸਿਓਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਦਾਸ ਫਿਰ ਤੋਂ ਬੇਨਤੀ ਕਰਦਾ ਹੈ, ਜਿਸ ਕਿਸੇ ਮਾਈ ਭਾਈ ਦਾ ਕੋਈ ਚੰਗਾ ਸੁਝਾਅ ਹੋਵੇ ਸੋ ਆਪ ਜੀ ਚੱਕ ਦੇ ਟੀਵੀ ਦੀ ਵੈਬਸਾਈਟ ਦੇ ਸੰਪਰਕ ਕਰ ਸਕਦੇ ਹੋ ਤੇ ਦਾਸ ਤੀਕਰ ਉਹ ਆਪ ਜੀ ਦਾ ਜਿਹੜਾ ਸੁਝਾਅ ਹੈ ਉਹ ਪੁੱਜ ਸਕਦਾ ਹੈ। ਸੋ ਆਓ ਸਾਰੇ ਹੀ ਰਸਨਾ ਨੂੰ ਕਰੀਏ ਪਵਿੱਤਰ, ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।